Dear students, welcome back to my YouTube channel. ਅੱਜ ਅਸੀਂ ਕਰਦੇ ਹਾਂ question number 3 character sketch of the narrator. chapter ਦਾ name ਆ Hassan's attendance problem. ਓਕੇ ਬੱਚੋ, ਇਹ question ਵੀ ਜਿਹੜਾ ਹੈਗਾ ਲੌਂਗ ਇਹ ਇੰਪੋਰਟੈਂਟ ਆ, ਠੀਕ ਹੈ। ਇਹਦੇ ਵਿੱਚ ਨੈਰੇਟਰ ਜਿਹੜੇ ਆ ਅਸੀਂ ਉਹਨਾਂ ਦੀ ਨੈਰੇਟਰ ਕੌਣ ਆ? ਸੁਧਾ ਮੂਰਤੀ। ਅਸੀਂ ਸੁਧਾ ਮੂਰਤੀ ਦੇ ਚਰਿੱਤਰ ਚਿੱਤਰਨ ਬਾਰੇ ਦੱਸਣਾ ਆ, ਠੀਕ। ਮੈਂ ਪੰਜਾਬੀ ਦੇ ਵਿੱਚ ਡਿਸਕਰਾਈਬ ਕਰਾਂਗੀ, ਅੱਛੇ ਤਰੀਕੇ ਨਾਲ ਸਮਝਿਓ। ਅਗਰ ਕੁਝ ਨਾ ਪਤਾ ਲੱਗਦਾ ਹੋਇਆ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ, ਮੈਂ ਤੁਹਾਨੂੰ ਉਹਦਾ ਰਿਪਲਾਈ ਕਰਾਂਗੀ। ਔਰ ਟੈਲੀਗ੍ਰਾਮ 'ਤੇ ਚੈਨਲ ਵੀ ਆ, ਤੁਸੀਂ ਉਹਨੂੰ ਵੀ ਫੋਲੋ ਕਰ ਸਕਦੇ ਹੋ ਐਂਡ ਸਬਸਕ੍ਰਾਈਬ ਵੀ। ਐਂਡ ਇਸ ਤੋਂ ਇਲਾਵਾ ਗਰੁੱਪ ਵੀ ਬਣਿਆ ਹੋਇਆ ਟੈਲੀਗ੍ਰਾਮ 'ਤੇ, ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ। ਸੋ ਤੁਸੀਂ ਮੇਰੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਐਂਡ ਆਪਣੇ ਕੁਐਸਚਨਸ ਦੇ ਆਨਸਰਸ ਲੈ ਸਕਦੇ ਹੋ। ਅਤੇ ਚੈਨਲ ਨੂੰ, ਆਪਣੇ YouTube ਵਾਲੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰ ਦਿਓ। ਓਕੇ, ਲੈਟਸ ਸਟਾਰਟ। ਡਰਾ ਅ ਕਰੈਕਟਰ ਸਕੈਚ ਆਫ ਨੈਰੇਟਰ। ਆਨਸਰ ਇਜ਼, ਪਹਿਲਾਂ ਦੇਖੋ ਨੈਰੇਟਰ ਦੇ ਕਰੈਕਟਰ ਸਕੈਚ ਬਾਰੇ ਦੱਸਣਾ। ਅਸੀਂ ਪੜ੍ਹਿਆ ਹੋਇਆ ਆ ਚੈਪਟਰ ਦੇ ਵਿੱਚ ਕਿ ਜਿਹੜੇ ਨੈਰੇਟਰ ਆ ਉਹ ਕਿਹੋ ਜਿਹੇ ਪਰਸਨ ਸੀ। ਉਹ ਹਾਰਡ ਵਰਕਿੰਗ ਸੀ, ਉਹ ਇਨਡਿਸਿਪਲਿਨ ਨੂੰ ਲਾਈਕ ਨਹੀਂ ਸੀ ਕਰਦੇ, ਉਹ ਸਟੂਡੈਂਟਸ ਨੂੰ ਹਮੇਸ਼ਾ ਮੋਟੀਵੇਟ ਕਰਦੇ ਸੀ ਕਿ ਉਹ ਬੱਚੇ ਅੱਗੇ ਜਾਣ, ਬੱਚਿਆਂ ਨੂੰ ਅੱਛਾ ਪੜ੍ਹਾਉਂਦੇ ਸੀ ਕਿ ਬੱਚੇ ਜਿਹੜੇ ਆ ਲਾਈਫ ਦੇ ਵਿੱਚ ਕੋਈ ਨਾ ਕੋਈ ਵਧੀਆ ਜੋਬ 'ਤੇ ਲੱਗ ਜਾਣ। ਅਤੇ ਉਹਨਾਂ ਦੇ ਕਈ ਸਾਰੇ ਸਟੂਡੈਂਟਸ ਇੱਦਾਂ ਦੇ ਸੀਗੇ ਜਿਹੜੇ ਕਿ ਇੱਕ ਅੱਛੀਆਂ ਪੋਜੀਸ਼ਨਸ 'ਤੇ ਲੱਗੇ ਹੋਏ ਸੀ, ਅਤੇ ਉਹ ਉਹਨਾਂ ਨੂੰ ਇਨਵਾਈਟ ਵੀ ਕਰਦੇ ਰਹਿੰਦੇ ਆਪਣੇ ਅਲੱਗ-ਅਲੱਗ ਓਕੇਜ਼ਨ 'ਤੇ, ਕੋਈ ਵੈਡਿੰਗ 'ਤੇ ਕੋਈ ਨਾ ਕੋਈ ਇਨਵੀਟੇਸ਼ਨਸ ਉਹਨਾਂ ਨੂੰ ਭੇਜਦੇ ਰਹਿੰਦੇ ਐਂਡ ਉਹਨਾਂ ਨੂੰ ਗ੍ਰੀਟ ਵੀ ਕਰਦੇ ਰਹਿੰਦੇ ਆਲਵੇਜ਼। ਸੋ ਲਵ ਹੀ ਉਹਨਾਂ ਦੀ ਕੀ ਸੀਗੀ? ਸਟਰੈਂਥ ਸੀ। ਅਸੀਂ ਇਹ ਸਭ ਚੀਜ਼ਾਂ ਪੜ੍ਹੀਆਂ ਹੋਈਆਂ ਸੀ ਨਾ ਪੂਰੇ ਚੈਪਟਰ ਦੇ ਵਿੱਚ। ਸੋ ਸਿੰਪਲ ਹੀ ਆ, ਜੇ ਜੋ ਮੈਂ ਪੰਜਾਬੀ ਦੇ ਵਿੱਚ ਬੋਲਿਆ ਜੇ ਤਾਂ ਤੁਸੀਂ ਇਹਨੂੰ ਸਮਝਦੇ ਹੋ, ਇਹਨੂੰ ਇੰਗਲਿਸ਼ ਟਰਾਂਸਲੇਟ ਕਰਨਾ ਖੁਦ ਜਾਣਦੇ ਹੋ ਤਾਂ ਇਹਨੂੰ ਇੰਗਲਿਸ਼ ਟਰਾਂਸਲੇਟ ਕਰਕੇ ਆਪਣੇ ਆਪ ਲਿਖ ਦਿਓ। ਅਦਰਵਾਈਜ਼ ਜੋ ਮੈਂ ਸਮਝਾਉਣ ਲੱਗੀ ਹਾਂ ਇਹਨੂੰ ਅੱਛੇ ਤਰੀਕੇ ਨਾਲ ਸਮਝ ਲਿਓ। ਵੈਸੇ ਦੇਖ ਹੀ ਲਿਓ ਪੂਰਾ ਕਿ ਲਾਈਨ ਦੇ ਵਿੱਚ ਤੁਹਾਡੀਆਂ ਕੋਈ ਮਿਸਟੇਕਸ ਨਾ ਹੋਣ। ਸੋ ਸਟਾਰਟ ਕਰਦੇ ਹਾਂ। The narrator of the chapter Hassan's attendance problem is Sudha Murthy. कि narrator कौन है Hassan's attendance problem ਦਾ? ਸੁਧਾ ਮੂਰਤੀ ਜੀ ਆ। She is a teacher at a college in Bangalore. ਉਹ ਬੈਂਗਲੌਰ ਦੇ ਵਿੱਚ ਇੱਕ ਕਾਲਜ ਦੇ ਵਿੱਚ ਟੀਚਰ ਨੇ, ਠੀਕ। ਕੌਣ? ਸੁਧਾ ਮੂਰਤੀ, ਜਿਹੜੇ ਇਸ ਚੈਪਟਰ ਦੇ ਨੈਰੇਟਰ ਨੇ। She teaches ਕੰਪਿਊਟਰ ਸਾਇੰਸ ਟੂ MCA ਸਟੂਡੈਂਟਸ। ਉਹ MCA ਦੇ ਸਟੂਡੈਂਟਸ ਨੂੰ ਕੰਪਿਊਟਰ ਸਾਇੰਸ ਪੜ੍ਹਾਉਂਦੇ ਸੀਗੇ। ਸ਼ੀ ਇਜ਼ ਅ ਕਾਇੰਡ, ਉਹ ਦਿਆਲੂ ਆ, ਹੈਲਪਫੁਲ ਆ, ਸਹਾਇਤਾ ਕਰਨ ਵਾਲੇ ਆ ਟੂ ਹਰ ਸਟੂਡੈਂਟਸ, ਬਟ ਸ਼ੀ ਕਾਂਟ ਟੋਲਰੇਟ ਇਨਡਿਸਿਪਲਿਨ ਇਨ ਦ ਕਲਾਸ। ਕਹਿੰਦੇ ਉਹ ਕਾਇੰਡ ਆ, ਹੈਲਪਫੁਲ ਆ, ਪਰ ਉਹ ਕਦੇ ਵੀ ਟੋਲਰੇਟ ਹੁੰਦਾ ਬਰਦਾਸ਼ਤ ਕਰਨਾ, ਉਹ ਕਦੇ ਟੋਲਰੇਟ ਨਹੀਂ ਕਰ ਸਕਦੇ ਸੀਗੇ ਇਨਡਿਸਿਪਲਿਨ ਨੂੰ, ਕਿ ਕੋਈ ਬੱਚਾ ਡਿਸਿਪਲਿਨ ਨੂੰ ਫੋਲੋ ਨਾ ਕਰੇ। ਉਹਨਾਂ ਨੂੰ ਇਹ ਚੀਜ਼ ਬਰਦਾਸ਼ਤ ਨਹੀਂ ਹੁੰਦੀ ਸੀ, ਕਿ ਉਹਨਾਂ ਨੂੰ ਇਹੀ ਚੀਜ਼ਾਂ ਚੰਗੀਆਂ ਲੱਗਦੀਆਂ ਸੀ ਕਿ ਸਟੂਡੈਂਟਸ ਅਨੁਸ਼ਾਸਨ ਦੇ ਵਿੱਚ ਰਹਿਣ, ਸਕੂਲ ਕਾਲਜ ਦੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਫੋਲੋ ਕਰਦੇ ਰਹਿਣ ਅਤੇ ਕਲਾਸ ਦੇ ਵਿੱਚ ਉਸ ਅਕੋਰਡਿੰਗ ਰਹਿਣ ਜਿਸ ਅਕੋਰਡਿੰਗ ਉਹਨਾਂ ਨੇ ਰੂਲਸ ਕ੍ਰੀਏਟ ਕੀਤੇ ਹੋਏ ਆ। She treats her students as her own children. ਉਹ ਆਪਣੇ ਸਟੂਡੈਂਟਸ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਸਮਝ ਕੇ ਉਹਨਾਂ ਦਾ ਧਿਆਨ ਰੱਖਦੇ ਸੀ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਉਂਦੇ ਸੀ। Some of her students have become very good human beings. Some become famous and some rich. ਕਹਿੰਦੇ ਉਹਨਾਂ ਦੇ ਬਹੁਤ ਸਾਰੇ ਸਟੂਡੈਂਟਸ ਦੇ ਵਿੱਚੋਂ ਕੁਝ ਕੁ ਸਟੂਡੈਂਟਸ ਕੁਝ ਅੱਛੇ ਸਟੂਡੈਂਟਸ ਬਣ ਗਏ, ਕਾਇੰਡ ਮਤਲਬ ਹਿਊਮਨ ਬੀਂਗਸ, ਗੁੱਡ ਹਿਊਮਨ ਬੀਂਗਸ ਯਾਨੀ ਕਿ ਦਿਆਲੂ ਬਣ ਗਏ, ਜਿਹੜੇ ਕਿ ਸਮਾਜ ਸੇਵੀ ਕਹਿ ਲਓ ਇੱਕ ਤਰੀਕੇ ਨਾਲ, ਠੀਕ ਹੈ। ਅਤੇ ਕੁਛ ਸਟੂਡੈਂਟਸ ਕੀ ਬਣ ਗਏ? ਪ੍ਰਸਿੱਧ ਹੋ ਗਏ, ਫੇਮਸ ਹੋ ਗਏ, ਅਤੇ ਕੁਛ ਸਟੂਡੈਂਟਸ ਬਹੁਤ ਕਮਾ ਕੇ ਰਿਚ ਹੋ ਗਏ। ਸਮ ਅਦਰਸ ਲਾਈਕ ਹਸਨ, ਕਹਿੰਦੇ ਕੁਝ ਹੋਰ ਵੀ ਸੀਗੇ, ਅਦਰਸ ਕੁਝ ਹੋਰ ਵੀ ਸੀ ਲਾਈਕ, ਜਿਵੇਂ ਕਿ ਹਸਨ। Like Hassan have remained ordinary also. Ordinary means ਆਮ ਜਿਹਾ, remain ਹੁੰਦਾ ਰਹਿਣਾ, ਬਚੇ ਰਹਿਣਾ, ਜਾਂ ਕਹਿ ਲਓ ਕਿ ਮੀਨਸ ਕਿ ਰਹਿ ਗਿਆ ਹੀ ਕਹਿ ਲਓ, ਹੈ ਨਾ। remained ਜਦੋਂ ਈੜੀ ਲੱਗ ਗਈ ਅਤੇ ਫਿਰ ਪਾਸਟ 'ਚ ਚਲਾ ਜਾਂਦਾ, ਇਟ ਮੀਨਸ ਕਿ ਇਹ ਸੈਕਿੰਡ ਫਾਰਮ ਲੱਗੀ ਹੋਈ ਆ।
some others like Hassan have remained ordinary students. ਕੁਝ ਕਹਿੰਦੇ ਹੋਰ ਸਟੂਡੈਂਟਸ ਜਿਵੇਂ ਕਿ ਹਸਨ ਹੋ ਗਿਆ, ਉਹ ਕਿੱਦਾਂ ਦੇ ਰਹਿ ਗਏ, ਆਮ ਜਿਹੇ ਰਹਿ ਗਏ, ਕਿ ਕੁਝ ਖਾਸ ਨਹੀਂ ਹਾਸਿਲ ਕਰ ਪਾਏ ਆਪਣੀ ਲਾਈਫ 'ਚ, ਕੋਈ ਜ਼ਿਆਦਾ ਮੁਕਾਮ 'ਤੇ ਨਹੀਂ ਪਹੁੰਚ ਪਾਏ। ਠੀਕ। She tries her best to boost the morale of such students. ਕਹਿੰਦੇ ਉਹ ਆਪਣੇ ਵੱਲੋਂ ਪੂਰੀ ਟਰਾਈ ਕਰਦੇ ਸੀ, try her best, ਆਪਣੇ ਵੱਲੋਂ ਬੈਸਟ ਟਰਾਈ ਕਰਦੇ ਸੀ ਕਿ ਉਹ ਬੱਚਿਆਂ ਨੂੰ ਬੂਸਟ ਕਰ ਸਕਣ। ਬੂਸਟ ਮਤਲਬ ਅੱਗੇ ਵਧਾਉਣ, ਉਹਨਾਂ ਨੂੰ ਐਨਕਰੇਜ ਕਰਨ, ਉਹਨਾਂ ਨੂੰ ਹਿੰਮਤ ਦੇਣ, ਹੌਸਲਾ ਦੇਣ, ਉਹਨਾਂ ਦਾ ਮਨੋਬਲ, ਮੋਰਾਲ ਹੁੰਦਾ ਮਨੋਬਲ, ਉਹਨਾਂ ਦਾ ਮਨੋਬਲ ਉੱਚਾ ਚੱਕਣ ਦੇ ਵਿੱਚ ਉਹਨਾਂ ਦੀ ਹੈਲਪ ਕਰਦੇ ਸੀਗੇ ਬੱਚਿਆਂ ਦੀ। The students on their part love and respect her. On their part love means ਕਿ ਆਪਣੇ ਵੱਲੋਂ, ਕਿ ਬੱਚੇ ਵੀ ਵਿਦਿਆਰਥੀ ਵੀ ਕੀ ਕਰਦੇ ਸੀਗੇ, ਆਪਣੇ ਵੱਲੋਂ ਕੀ ਕਰਦੇ ਸੀਗੇ, ਉਹਨਾਂ ਨੂੰ ਪਿਆਰ ਦਿੰਦੇ ਸੀ ਅਤੇ ਰਿਸਪੈਕਟ ਦਿੰਦੇ ਸੀਗੇ। They still remember her and send her invitations and greetings. ਕਹਿੰਦੇ ਉਹ ਬੱਚੇ ਕੀ ਕਰਦੇ ਸੀਗੇ, ਉਹਨਾਂ ਨੂੰ ਹਾਲੇ ਤੱਕ ਵੀ, ਮਤਲਬ ਕਿ ਇੰਨੇ ਸਕਸੈਸ ਹੋ ਕੇ ਵੀ ਉਹਨਾਂ ਨੂੰ ਕੀ ਕਰਦੇ ਸੀਗੇ, ਯਾਦ ਕਰਦੇ ਸੀ, ਉਹਨਾਂ ਨੂੰ ਇਨਵਾਈਟ ਕਰਦੇ ਸੀਗੇ ਵੈਡਿੰਗਸ 'ਤੇ ਜਾਂ ਫਿਰ ਓਪਨਿੰਗ ਵਗੈਰਾ 'ਤੇ, ਜਿੱਦਾਂ ਹਾਊਸ ਦੀ ਓਪਨਿੰਗ ਹੁੰਦੀ ਹੈ ਨਾ, ਉਹ ਸਾਰੀਆਂ ਸੈਰਮਨੀਜ਼ 'ਤੇ। ਐਂਡ ਇਸ ਤੋਂ ਇਲਾਵਾ ਉਹ ਸਾਰੇ ਗ੍ਰੀਟਿੰਗ ਵੀ ਕਰਦੇ ਸੀ। ਗ੍ਰੀਟਿੰਗ ਕਰਨਾ ਕੀ ਹੁੰਦਾ ਆ, ਕਿ ਜਿਵੇਂ ਅਸੀਂ ਕਿਸੇ ਟੀਚਰ ਨੂੰ ਵਿਸ਼ ਕਰਦੇ ਹਾਂ, ਗੁੱਡ ਮਾਰਨਿੰਗ ਮੈਮ, ਗੁੱਡ ਆਫਟਰਨੂਨ ਮੈਮ, ਜਾਂ ਟੀਚਰਸ ਡੇ 'ਤੇ ਅਸੀਂ ਟੀਚਰ ਨੂੰ ਵਿਸ਼ ਕਰਦੇ ਹਾਂ। ਹੋਰ ਬਹੁਤ ਸਾਰੇ ਫੈਸਟੀਵਲਸ ਹੁੰਦੇ ਜਦੋਂ ਅਸੀਂ ਉਹਨਾਂ ਨੂੰ ਵਿਸ਼ ਕਰਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਗ੍ਰੀਟਿੰਗਸ 'ਚ ਆਉਂਦੀਆਂ। ਕਹਿੰਦੇ ਉਹਨਾਂ ਦੇ ਬੱਚੇ ਉਹਨਾਂ ਨੂੰ ਇੱਦਾਂ ਕਰਕੇ ਯਾਦ ਕਰਦੇ ਸੀ, ਉਹਨਾਂ ਨੂੰ ਇਸ ਤਰ੍ਹਾਂ ਦੀਆਂ ਮਤਲਬ ਗ੍ਰੀਟਿੰਗ ਐਂਡ ਇਨਵੀਟੇਸ਼ਨਸ ਨਾਲ ਯਾਦ ਰੱਖਦੇ ਸੀ। ਦੇਅਰ ਲਵ ਇਜ਼ ਹਰ ਸਟਰੈਂਥ। ਬੱਚਿਆਂ ਦਾ ਪਿਆਰ ਹੀ ਉਸ ਟੀਚਰ ਦੀ ਸਟਰੈਂਥ ਸੀ, ਯਾਨੀ ਕਿ ਟੀਚਰ ਨੂੰ, ਉਸ ਟੀਚਰ ਨੂੰ ਸਟਰੈਂਥ, ਹੌਸਲਾ, ਹਰ ਇੱਕ ਟੀਚਰ ਨੂੰ ਇੱਦਾਂ ਹੁੰਦਾ, ਜਦੋਂ ਬੱਚੇ ਪਿਆਰ ਕਰਦੇ ਆ ਟੀਚਰ ਨੂੰ ਤਾਂ ਟੀਚਰ ਦੇ ਲਈ ਇੱਕ ਸਟਰੈਂਥ ਬਣਦੀ ਆ ਉਹ ਚੀਜ਼। ਟੀਚਰ ਹੋਰ ਮੋਟੀਵੇਟ ਹੁੰਦਾ ਬੱਚਿਆਂ ਦੇ ਲਈ ਹਾਰਡ ਵਰਕ ਕਰਨ ਦੇ ਲਈ। ਉਹਨਾਂ ਨੂੰ ਫਿਰ ਇੱਦਾਂ ਹੀ ਲੱਗਦਾ ਰਹਿੰਦਾ ਹੈ ਕਿ ਹਾਂ ਮੈਂ ਹੋਰ ਹਾਰਡ ਵਰਕ ਕਰਾਂ, ਬੱਚਿਆਂ ਨੂੰ ਹੋਰ ਜੋ ਵੀ ਮੈਂ ਦੇ ਸਕਦਾ ਮੈਂ ਉਹਨਾਂ ਨੂੰ ਦੇਵਾਂ। ਠੀਕ ਹੈ, ਤਾਂ ਜੋ ਕਿ ਉਹਨਾਂ ਨੂੰ ਉਹਨਾਂ ਦੀ ਲਾਈਫ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ, ਉਹ ਅੱਛੇ ਸਕਸੈਸਫੁਲ ਪਰਸਨ ਬਣ ਜਾਣ। ਠੀਕ, ਇਹ ਹਰ ਇੱਕ ਟੀਚਰ ਦਾ ਮੋਟਿਵ ਹੁੰਦਾ ਆ। Okay, now switch to the fourth question. Our fourth question is, how would Hassan apologize for his absence in the class? Apologize ਕੀ ਹੁੰਦਾ ਆ, ਮਾफ़ੀ ਮੰਗਣਾ। ਹਸਨ ਕਹਿੰਦੇ ਕਿੱਦਾਂ ਮਾफ़ੀ ਮੰਗਦਾ ਹੁੰਦਾ ਸੀਗਾ ਆਪਣੇ ਟੀਚਰ ਤੋਂ ਜਦੋਂ ਉਹਦੀ ਐਬਸੈਂਸ ਦੀ ਪ੍ਰੋਬਲਮ ਹੁੰਦੀ ਸੀ, ਐਬਸੈਂਸ ਜਦੋਂ ਸ਼ਾਰਟ ਰਹਿ ਜਾਂਦੀ ਸੀ, ਫਿਰ ਉਹ ਕਿਵੇਂ ਮਾफ़ੀ ਮੰਗਦਾ ਸੀ। ਦੇਖੋ ਅਸੀਂ ਦੇਖਿਆ ਹੀ ਹੈ ਨਾ ਕਿ ਹਸਨ ਕਿਵੇਂ ਮਾफ़ੀ ਮੰਗਦਾ ਸੀ। ਹਸਨ ਕਰਦਾ ਹੁੰਦਾ ਸੀ, ਬਹੁਤ ਸਾਰੀਆਂ ਐਗਜ਼ਾਮਪਲਸ ਦਿੰਦਾ ਹੁੰਦਾ ਸੀ ਕਿ ਜਿੱਦਾਂ ਕਿ ਉਹਨਾਂ ਦੇ ਟੀਚਰ ਦੇ ਬੋਲੇ ਹੋਏ ਵਰਡਸ ਨੂੰ ਹੀ ਰਿਪੀਟ ਕਰਦਾ ਸੀ ਕਿ ਟੂ ਹਿਊਮਨ ਇਜ਼ ਐਰਰ ਟੂ ਫॉरगिव ਇਜ਼ ਡਿਵਾਈਨ, ਕਿ ਜਿਹੜਾ ਇਨਸਾਨ ਮਤਲਬ ਇਨਸਾਨ ਗਲਤੀਆਂ ਦਾ ਪੁਤਲਾ ਆ ਅਤੇ ਮਾफ़ ਕਰਨ ਵਾਲਾ ਦੈਵੀ ਆ। ਇਹੋ ਜਿਹੀਆਂ ਗੱਲਾਂ ਕਰਕੇ ਜਾਂ ਨਵੇਂ ਐਕਸਕਿਊਜ਼ ਬਣਾ ਕੇ ਕਿ ਜੇ ਤੋਂ ਲੱਗੇ ਹੀ ਨਾ ਵੀ ਹਾਂ ਹਸਨ ਕੋਈ ਐਕਸਕਿਊਜ਼ ਬਣਾ ਰਿਹਾ ਆ, ਉਹ ਇੱਦਾਂ ਦੀਆਂ ਚੀਜ਼ਾਂ ਕਰਕੇ ਆਪਣੇ ਆਪ ਨੂੰ ਸੇਵ ਕਰ ਲੈਂਦਾ ਸੀ ਐਂਡ ਐਬਸੈਂਸ ਜਿਹੜੀ ਉਹ ਪੂਰੀ ਕਰਵਾ ਲੈਂਦਾ ਸੀ। ਚਲੋ ਦੇਖਦੇ ਹਾਂ ਇਸ ਕੁਐਸਚਨ ਦੇ ਆਨਸਰ 'ਚ ਕੀ ਲਿਖਿਆ ਆ। ਹਸਨ ਵਾਜ਼ ਅ ਬ੍ਰਾਈਟ ਸਟੂਡੈਂਟ ਬਟ ਹੀ ਵਾਜ਼ ਰੇਅਰਲੀ ਪ੍ਰੈਜ਼ੈਂਟ। ਰੇਅਰਲੀ ਕੀ ਹੁੰਦਾ, ਬਹੁਤ ਘੱਟ। ਕਹਿੰਦੇ ਹਸਨ ਬ੍ਰਾਈਟ ਸਟੂਡੈਂਟ ਸੀਗਾ, ਪੜ੍ਹਨ 'ਚ ਅੱਛਾ ਸੀ, ਹੁਸ਼ਿਆਰ ਸੀ, ਪਰ ਕਦੇ ਹੀ ਉਹ ਸਕੂਲ 'ਚ ਜਾਂਦਾ ਸੀ, ਮਤਲਬ ਬਹੁਤ ਘੱਟ ਸਕੂਲ 'ਚ ਜਾਂਦਾ ਸੀ। In the beginning, the teacher did not know of his existence at all. ਕਹਿੰਦੇ ਸ਼ੁਰੂ ਦੇ ਵਿੱਚ ਤਾਂ ਬਿਗਨਿੰਗ ਹੁੰਦਾ ਸ਼ੁਰੂਆਤੀ ਦੌਰ 'ਤੇ, ਸ਼ੁਰੂਆਤ ਦੇ ਵਿੱਚ ਤਾਂ ਕਹਿੰਦੇ ਟੀਚਰਸ ਨੂੰ ਉਹਦੀ ਹੋਂਦ ਦਾ ਪਤਾ ਹੀ ਨਹੀਂ ਸੀ ਵੀ ਇਹ ਬੱਚਾ ਸਾਡੇ ਕਾਲਜ 'ਚ ਪੜ੍ਹਦਾ ਵੀ ਆ। ਠੀਕ, ਕਿਉਂਕਿ ਉਹ ਸਿਰਫ ਅਟੈਂਡੈਂਸ ਲੈਣ ਲਈ ਹੀ ਜਾਂਦਾ ਸੀ ਜਾਂ ਕੋਈ ਟੈਸਟ ਲਈ ਜਾਂ ਕੋਈ ਐਗਜ਼ਾਮਸ ਦੇ ਲਈ ਜਾਂਦਾ ਸੀ। ਇਸ ਲਈ ਟੀਚਰਸ ਜੇ ਰੈਗੂਲਰ ਕਿਸੇ ਬੱਚੇ ਨੂੰ ਦੇਖਦੇ ਆ ਤਾਂ ਹੀ ਉਹਨਾਂ ਨੂੰ ਯਾਦ ਕਰ ਪਾਉਂਦੇ ਉਹਨਾਂ ਦੇ ਫੇਸ ਤੋਂ, ਉਹਨਾਂ ਦੇ ਨੇਮ ਤੋਂ, ਰਾਈਟ। He would turn up when there was a class test or during the examination. ਕਹਿੰਦੇ ਉਹ ਉਦੋਂ ਹੀ ਕਲਾਸ ਦੇ ਵਿੱਚ ਆਉਂਦਾ ਸੀ, ਟਰਨ ਅਪ ਉਦੋਂ ਹੀ ਕਲਾਸ 'ਚ ਆਉਂਦਾ ਸੀ ਜਦੋਂ ਕੋਈ ਟੈਸਟ ਹੋਵੇ ਜਾਂ ਕੋਈ ਐਗਜ਼ਾਮੀਨੇਸ਼ਨ ਹੋਵੇ। The teacher met him more often for attendance shortage meetings. ਕਹਿੰਦੇ ਟੀਚਰਸ ਉਹਨੂੰ ਜ਼ਿਆਦਾਤਰ ਕਦੋਂ ਮਿਲਦੇ ਸੀ, ਅਟੈਂਡੈਂਸ ਸ਼ਾਰਟੇਜ ਮੀਟਿੰਗਸ ਦੇ ਵਿੱਚ ਹੀ ਮਿਲ ਪਾਉਂਦੇ ਸੀ।
ਹੀ ਵੁੱਡ ਬੈਗ ਫॉर ਅਟੈਂਡੈਂਸ, ਕਹਿੰਦੇ ਉੱਥੇ ਉਹ ਕੀ ਕਰਦਾ ਹੁੰਦਾ ਸੀ, ਮਾफ़ੀ ਮੰਗਦਾ ਹੁੰਦਾ ਸੀਗਾ ਕਾਹਦੇ ਲਈ, ਕਿ ਮੈਨੂੰ ਅਟੈਂਡੈਂਸ ਦੇ ਦਿਓ, ਠੀਕ ਹੈ, ਆਪਣੀ ਅਟੈਂਡੈਂਸ ਜਿਹੜੀ ਆ ਉਹ ਮੰਗਦਾ ਹੁੰਦਾ ਸੀ ਕਿ ਮੇਰੀਆਂ ਅਟੈਂਡੈਂਸਿਸ ਜਿਹੜੀਆਂ ਨੇ ਉਹ ਪਲੀਜ਼ ਪੂਰੀਆਂ ਕਰ ਦਿੱਤੀਆਂ ਜਾਣ। ਹੀ ਦ ਟੀਚਰ ਵੁੱਡ ਫਰਮਲੀ ਰਿਫਿਊਜ਼ ਟੂ ਗਿਵ ਹਿਮ ਅਟੈਂਡੈਂਸ। ਫਰਮਲੀ ਕੀ ਹੁੰਦਾ, ਦ੍ਰਿੜਤਾ ਨਾਲ, ਵੀ ਟੀਚਰਸ ਵੀ ਪੂਰੀ ਦ੍ਰਿੜਤਾ ਨਾਲ, ਪੂਰੇ ਪੱਕੇ ਇਰਾਦੇ ਨਾਲ ਉਹਨੂੰ ਕਹਿ ਦਿੰਦੇ ਸੀ ਨਹੀਂ ਕਿ ਤੈਨੂੰ ਅਟੈਂਡੈਂਸ ਨਹੀਂ ਮਿਲਣੀ ਆ। ਹੀ ਵੁੱਡ ਅਪੋਲੋਜੈਟਿਕਲੀ ਬੈਗ ਪਾਰਡਨ ਫॉर ਹਰ, ਕਹਿੰਦੇ ਉਹ ਇਸ ਚੀਜ਼ ਦੇ ਲਈ, ਅਪੋਲੋਜੈਟਿਕਲੀ ਹੁੰਦਾ ਮਾफ़ੀ ਮੰਗਣੀ, ਕਹਿੰਦੇ ਉਹ ਇਸ ਚੀਜ਼ ਦੇ ਲਈ ਉਹਨਾਂ ਤੋਂ ਮਾफ़ੀ ਮੰਗਦਾ ਹੁੰਦਾ ਸੀਗਾ ਕਿ ਮੈਨੂੰ ਮਾफ़ ਕਰ ਦਿਓ ਕਿ ਮੈਂ ਨੈਕਸਟ ਟਾਈਮ ਤੋਂ ਇੱਦਾਂ ਨਹੀਂ ਕਰਾਂਗਾ। ਵੀ ਵੁੱਡ ਪ੍ਰੋਮਿਸ ਟੂ ਬੀ ਰੈਗੂਲਰ, ਹੀ ਵੁੱਡ ਪ੍ਰੋਮਿਸ ਟੂ ਬੀ ਰੈਗੂਲਰ ਇਨ ਫਿਊਚਰ, ਕਹਿੰਦੇ ਉਹ ਪ੍ਰੋਮਿਸ ਕਰਦਾ ਆ ਕਿ ਮੈਂ ਅੱਗੇ ਤੋਂ ਰੈਗੂਲਰ ਰਵਾਂਗਾ। ਹੀ ਵੁੱਡ ਕੋਟ ਦ ਪ੍ਰੋਵਰਬ, ਪ੍ਰੋਵਰਬ ਮੀਨਿੰਗ ਕੀ ਹੁੰਦਾ ਆ, ਕਹਾਵਤ, ਕਹਿੰਦੇ ਕਹਾਵਤ ਬੋਲਦਾ ਹੁੰਦਾ ਸੀਗਾ, ਕੋਟ ਬੋਲਣਾ, ਜਿਹੜੀ ਕਹਾਵਤ ਟੌਟ ਬਾਏ ਹਰ, ਜਿਹੜੀ ਕਹਾਵਤ ਉਹਦੇ ਟੀਚਰ ਦੁਆਰਾ ਬੋਲੀ ਜਾਂਦੀ ਸੀ, ਦੈਟ ਉਹ ਕਹਾਵਤ ਕੀ ਸੀ, ਟੂ ਐਰਰ ਇਜ਼ ਹਿਊਮਨ ਟੂ ਫॉरगिव ਡਿਵਾਈਨ, ਕਿ ਮਨੁੱਖ ਗਲਤੀਆਂ ਦਾ ਪੁਤਲਾ ਹੈ ਤੇ ਮਾਫ਼ ਕਰਨ ਵਾਲਾ ਕੀ ਹੈ, ਦੈਵੀ ਹੈ, ਠੀਕ ਹੈ। ਦ ਟੀਚਰ was no longer angry and condoned the attendance shortage, ਕੰਡੋਨ ਦਾ ਮਤਲਬ ਹੁੰਦਾ ਆ ਮਾफ़ ਕਰਨਾ, ਕਹਿੰਦੇ ਟੀਚਰਸ ਉਹਦੇ ਤੋਂ ਗੁੱਸੇ ਨਹੀਂ ਸੀ ਰਹਿੰਦੇ, ਫਿਰ ਟੀਚਰਸ ਉਹਦੀਆਂ ਗੱਲਾਂ ਨੂੰ ਸੁਣ ਕੇ ਉਹਨੂੰ ਮਾफ़ ਕਰ ਦਿੰਦੇ ਸੀਗੇ। ਸੋ ਇਹ ਸੀ ਸਾਡਾ 4th ਕੁਐਸਚਨ। ਨਾਓ ਸਵਿਚ ਟੂ ਦਾ question number 5. Our question number 5 is, describe in your own words the narrator's meeting with Hassan's parents. ਹਸਨ ਦੇ ਪੇਰੈਂਟਸ ਨਾਲ ਜਦੋਂ ਨੈਰੇਟਰ ਦੀ ਮੀਟਿੰਗ ਹੁੰਦੀ, ਯਾਨੀ ਕਿ ਸੁਧਾ ਮੂਰਤੀ ਜੀ ਦੀ ਮੀਟਿੰਗ ਹਸਨ ਦੇ ਮਦਰ ਐਂਡ ਫਾਦਰ ਦੇ ਨਾਲ ਹੁੰਦੀ ਆ, ਉਦੋਂ ਕੀ ਸੀਨ ਹੁੰਦਾ ਆ, ਕਿ ਉੱਥੇ ਕੀ ਗੱਲਬਾਤ ਹੁੰਦੀ ਆ। ਅਸੀਂ ਸਾਰਿਆਂ ਨੇ ਚੈਪਟਰ ਦੇ ਵਿੱਚ ਪੜ੍ਹਿਆ ਕਿ ਜਦੋਂ ਵੀ ਇਹ ਮੀਟਿੰਗ, ਮਤਲਬ ਕਿ ਮੀਟਿੰਗ 'ਚ ਗੱਲ ਕਰਦੇ ਨੇ ਤਾਂ ਸਾਰੇ ਇੱਕ ਦੂਜੇ ਨੂੰ ਬਲੇਮ ਕਰਦੇ ਨੇ, ਸਾਰੇ ਇਨ ਦਾ ਸੈਂਸ ਫਾਦਰ ਮਦਰ ਨੂੰ ਬਲੇਮ ਕਰਦਾ ਐਂਡ ਮਦਰ ਫਾਦਰ ਨੂੰ ਬਲੇਮ ਕਰਦੇ ਆ। ਅਤੇ ਟੀਚਰ ਨੇ ਤਾਂ ਇੱਕ ਕੁਐਸਚਨ ਹੀ ਕੀਤਾ ਹੁੰਦਾ ਕਿ ਤੁਸੀਂ ਬੱਚੇ, ਮਤਲਬ ਤੁਹਾਡਾ ਬੱਚਾ ਇੱਦਾਂ ਕਰ ਰਿਹਾ, ਅਤੇ ਬਟ ਉਹ ਆਪਸ 'ਚ ਹੀ ਆਰਗੂ ਕਰਨ ਲੱਗ ਜਾਂਦੇ ਆ। ਸੋ ਜਿਹੜੀ ਇਹ ਮੀਟਿੰਗ ਹੁੰਦੀ ਹੈ ਇਹ ਕੀ ਹੋ ਜਾਂਦੀ ਆ, ਫਰੂਟ ਲੈਸ ਹੋ ਜਾਂਦੀ ਆ, ਮਤਲਬ ਇਹਦਾ ਕੋਈ ਐਂਡ ਨਹੀਂ ਨਿਕਲਦਾ, ਇਹਦਾ ਕੋਈ ਐਸੈਂਸ ਨਹੀਂ ਅੱਛਾ ਨਿਕਲਦਾ, ਠੀਕ। ਮੈਨੂੰ ਲੱਗਦਾ ਇਹ ਚੀਜ਼ ਕਰੈਕਟਰ ਸਕੈਚ ਨਾਲ ਬਹੁਤ ਜ਼ਿਆਦਾ ਮੈਚ ਕਰਦੀ ਹੈ, ਇਹ ਵਾਲਾ ਕੁਐਸਚਨ ਦਾ ਆਨਸਰ। ਕਾਫੀ ਲਾਈਨਸ ਇਹਦੀਆਂ ਮੈਚ ਆ, ਸੋ ਅਸੀਂ ਇਹਨੂੰ ਵੀ ਜਲਦੀ ਦੇਖ ਲੈਂਦੇ ਹਾਂ, ਠੀਕ, ਬਿਕੋਜ਼ ਇਹ ਆਲਮੋਸਟ ਉਹਦੇ ਨਾਲ ਮੈਚ ਹੀ ਆ। ਐਂਡ ਸੇਮ ਜਿਹਾ ਤਾਂ ਮੈਨੂੰ ਲੱਗਦਾ ਹੀ ਆ। ਅਤੇ ਕੁਝ ਚੈਪਟਰ ਕੁਐਸਚਨ ਨੂੰ ਸਟਾਰਟ ਕਰਦੇ ਹਾਂ। ਹਸਨ ਵਾਜ਼ ਅ ਬ੍ਰਾਈਟ ਸਟੂਡੈਂਟ ਬਟ ਹੀ ਵਾਜ਼ ਇਰੈਗੂਲਰ ਇਨ ਸਟੱਡੀਜ਼। ਹਸਨ ਬ੍ਰਾਈਟ ਸਟੂਡੈਂਟ ਸੀ, ਸੇਮ ਉਹੀ ਲਾਈਨ, ਬਟ ਉਹ ਇਰੈਗੂਲਰ ਸੀ ਸਟੱਡੀਜ਼ ਦੇ ਵਿੱਚ। ਦ ਨੈਰੇਟਰ ਵਾਜ਼ ਹਿਜ਼ ਟੀਚਰ, ਨੈਰੇਟਰ ਉਹਦੇ ਟੀਚਰ ਸੀਗੇ, ਸੇਮ ਉਹੀ ਗੱਲ। Once she called Hassan's parents to talk about his non-seriousness, ਕਹਿੰਦੇ ਇੱਕ ਵਾਰੀ, once ਦਾ ਮਤਲਬ ਹੁੰਦਾ ਇੱਕ ਵਾਰੀ ਹਸਨ ਦੇ ਪੈਰੈਂਟਸ ਨੂੰ ਸਕੂਲ ਬੁਲਾਇਆ ਜਾਂਦਾ ਉਹਦੇ ਟੀਚਰਸ ਦੇ ਦੁਆਰਾ ਕਿ ਉਹ ਆ ਕੇ ਦੇਖਣ, ਅਤੇ ਉਹ ਦੱਸਦੇ ਆ ਕਿ ਤੁਹਾਡਾ ਬੱਚਾ ਨੋਨ ਸੀਰੀਅਸ ਆ। ਹਸਨ's father was a busy man, ਹਸਨ ਦੇ ਫਾਦਰ ਕਿੱਦਾਂ ਦੇ ਸੀਗੇ, ਬਿਜ਼ੀ ਰਹਿਣ ਵਾਲੇ ਸੀਗੇ, ਆਪਣੇ ਕੰਮ 'ਚ ਵਿਅਸਤ ਰਹਿੰਦੇ ਸੀ। ਹੀ ਡਿਡ ਨਾਟ ਟੇਕ ਦ ਟੀਚਰ ਸੀਰੀਅਸਲੀ, ਉਹਨਾਂ ਨੇ ਟੀਚਰ ਦੀਆਂ ਗੱਲਾਂ ਨੂੰ ਵੀ ਸੀਰੀਅਸਲੀ ਨਹੀਂ ਲਿਆ। ਹੀ ਸੈਡ ਦੈਟ ਆਫਟਰ ਅ ਸਰਟਨ ਏਜ, ਕਿ ਇੱਕ ਸਮੇਂ ਬਾਅਦ, ਕਿ ਇੱਕ ਸਹੀ ਏਜ ਦੇ ਬਾਅਦ ਬੱਚੇ ਜਿਹੜੇ ਆ, ਚਿਲਡਰਨ ਡਿਡ ਨਾਟ ਲਿਸਨ ਟੂ ਦੇਅਰ ਪੈਰੈਂਟਸ, ਕਿ ਇੱਕ ਇਹੋ ਜਿਹੀ ਏਜ ਦੇ ਵਿੱਚ ਆ ਕੇ ਬੱਚੇ ਆਪਣੇ ਪੈਰੈਂਟਸ ਨੂੰ ਸੁਣਨਾ ਬੰਦ ਕਰ ਦਿੰਦੇ ਨੇ, ਕਿ ਉਹ ਉਹਨਾਂ ਨੂੰ ਲਿਸਨ ਨਹੀਂ ਕਰਦੇ, ਉਹਨਾਂ ਦੀਆਂ ਗੱਲਾਂ ਨੂੰ ਅੰਡਰਸਟੈਂਡ ਨਹੀਂ ਕਰਦੇ, ਅਤੇ ਉਹ ਉਹਨਾਂ ਦੇ ਅਕੋਰਡਿੰਗ ਨਹੀਂ ਚੱਲਦੇ। ਹੀ ਫਰਦਰ ਸੈਡ ਦੈਟ ਇਟ ਵਾਜ਼ ਦ ਡਿਊਟੀ ਆਫ ਮਦਰ ਟੂ ਕਰੈਕਟ ਹਿਮ, ਉਹ ਕਹਿੰਦੇ ਇਸ ਫਰਦਰ, ਮਤਲਬ ਇਸ ਤੋਂ ਬਾਅਦ ਉਹ ਇਹ ਵੀ ਕਹਿੰਦੇ ਆ ਕਿ ਇਹ ਡਿਊਟੀ ਉਹਦੇ ਮਾਤਾ ਜੀ ਦੀ ਆ ਕਿ ਉਹਨੂੰ ਕਰੈਕਟ ਕਰਨ। ਦ ਮਦਰ ਔਨ ਹਰ ਪਾਰਟ, ਮਾਤਾ ਜੀ ਆਪਣੇ ਵੱਲੋਂ ਕਹਿੰਦੇ ਆ that Hassan did not listen to her at all, ਕਿ ਹਸਨ ਤਾਂ ਮੈਨੂੰ ਵੀ ਨਹੀਂ ਸੁਣਦਾ। ਮਤਲਬ
ਫਾਦਰ ਕਹਿ ਰਹੇ ਆ ਮਦਰ ਨੂੰ ਕਿ ਇਹ ਮਦਰ ਦੀ ਡਿਊਟੀ ਹੈ ਉਹਨੂੰ ਕਰੈਕਟ ਕਰਨਾ, ਤੇ ਮਦਰ ਕਹਿ ਰਹੇ ਉਹ ਤਾਂ ਮੈਨੂੰ ਸੁਣਦਾ ਹੀ ਨਹੀਂ, ਉਹ ਮੇਰੀ ਗੱਲ ਹੀ ਨਹੀਂ ਮੰਨਦਾ। ਕਹਿੰਦੇ he spent all night listening to music and chatting with his friends। ਕਹਿੰਦੇ ਸਾਰੀ ਰਾਤ ਮਿਊਜ਼ਿਕ ਸੁਣਨ ਦੇ ਵਿੱਚ ਲੱਗਾ ਰਹਿੰਦਾ ਆ ਤੇ ਆਪਣੇ ਦੋਸਤਾਂ ਨਾਲ ਚੈਟ ਕਰਨ ਦੇ ਵਿੱਚ ਲੱਗਾ ਹੀ ਰਹਿੰਦਾ ਆ। She further added that it was difficult for a mother to control a boy। ਕਹਿੰਦੇ ਉਹ ਫਿਰ ਬਾਅਦ ਵਿੱਚ ਇਹ ਵੀ ਗੱਲ ਐਡ ਕਰਦੇ ਕਿ ਬੜਾ ਹੀ ਮੁਸ਼ਕਿਲ ਆ ਲੜਕਿਆਂ ਨੂੰ ਮਦਰ ਕੰਟਰੋਲ ਕਰੇ, ਬੋਇਜ਼ ਨੂੰ, ਜਿਹੜੇ ਬੋਇਜ਼ ਵੱਡੇ ਹੋ ਚੁੱਕੇ ਉਹਨਾਂ ਨੂੰ ਉਹਨਾਂ ਦੇ ਮਦਰ ਕੰਟਰੋਲ ਕਰੇ। ਇਹ ਔਖਾ ਹੈ ਕਿ ਇਸ ਉਮਰ ਦੇ ਵਿੱਚ ਤਾਂ ਫਾਦਰ ਦਾ ਹੀ ਕੰਟਰੋਲ ਹੋਣਾ ਚਾਹੀਦਾ ਆ। ਓਨਲੀ ਦਾ ਫਾਦਰ ਕੁਡ ਸਪੀਕ ਟੂ ਹਿਮ, ਕਿ ਸਿਰਫ ਫਾਦਰ ਹੀ ਉਹਨਾਂ ਨੂੰ ਸਮਝਾ ਸਕਦੇ ਆ, ਮਦਰਸ ਦਾ ਕੰਮ ਨਹੀਂ ਆ ਇਹ ਉਹਨਾਂ ਦੇ ਮਦਰ ਕਹਿ ਰਹੇ ਆ। ਦਿਸ ਬਲੇਮ ਗੇਮ ਕੰਟੀਨਿਊਡ ਫॉर ਅ ਵਾਈਲ। ਕਹਿੰਦੇ ਇਹੋ ਜਿਹੀਆਂ ਹੀ ਬਲੇਮ ਗੇਮਸ, ਮਤਲਬ ਇੱਕ ਦੂਜੇ ਨੂੰ ਬਲੇਮ ਕਰਨਾ ਕਿ ਤੂੰ ਕੰਟਰੋਲ ਕਰ, ਠੀਕ ਹੈ। ਇਹੋ ਜਿਹੀ ਜਿਹੜੀ ਖੇਡ ਆ ਦੋਸ਼ ਲਗਾਉਣ ਵਾਲੀ, ਇਹ ਕੰਟੀਨਿਊ ਰਹਿੰਦੀ ਹੈ, ਕੁਝ ਸਮੇਂ ਦੇ ਲਈ ਚੱਲਦੀ ਰਹਿੰਦੀ। ਫॉर ਅ ਵਾਈਲ ਮੀਨਸ ਕੁਝ ਸਮੇਂ ਦੇ ਲਈ ਚੱਲਦੀ ਰਹਿੰਦੀ ਆ। ਦ ਮੀਟਿੰਗ ਐਂਡਡ ਫਰੂਟਲੈਸਲੀ। ਕਹਿੰਦੇ ਮੀਟਿੰਗ ਦਾ ਅੰਤ ਕਿੱਦਾਂ ਦਾ ਹੁੰਦਾ, ਜਿਹਦਾ ਕੋਈ ਵੀ ਨਤੀਜਾ ਨਹੀਂ ਨਿਕਲਦਾ, ਯਾਨੀ ਕਿ ਫਰੂਟਲੈਸਲੀ ਹੁੰਦਾ। ਸੋ ਇਹ ਸੀ ਸਾਡੇ 3 ਲੌਂਗ ਕੁਐਸਚਨਸ। ਮੈਨੂੰ ਆਸ ਆ ਤੁਹਾਨੂੰ ਅੱਛੇ ਲੱਗਿਆ ਹੋਊਗਾ ਮੇਰਾ ਪੜ੍ਹਾਉਣ ਦਾ ਵੇ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਦਿਓ। ਹੋਰ ਵੀਡੀਓਜ਼ ਦੇ ਲਈ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਤਾਂ ਕਿ ਜਦੋਂ ਕੋਈ ਨਿਊ ਵੀਡੀਓ ਆਉਂਦੀ ਆ ਤਾਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਏ। ਸੋ ਥੈਂਕ ਯੂ ਸੋ ਮਚ।